Hello students, my name is Ajit Pathak and welcome to the Royal Group of College Bodawal online classes. आज ਆਪਾਂ ਇਕਨੋਮਿਕਸ ਦਾ ਨੈਕਸਟ ਟੌਪਿਕ ਪੜ੍ਹਨ ਜਾ ਰਹੇ ਹਾਂ। ਆਪਾਂ ਨੇ ਇਕਨੋਮਿਕਸ ਦੇ ਵਿੱਚ ਜੋ ਟੌਪਿਕ ਹੈ ਉਹ ਸਟਾਰਟ ਕੀਤਾ ਸੀਗਾ ਦ ਲਾਅ ਆਫ ਇਕੁਈ ਮਾਰਜਨਲ ਯੂਟਿਲਿਟੀ। ਦ ਲਾਅ ਆਫ ਇਕੁਈ marginal utility, ठीक है जी। एंड जिहड़ा द लॉ ऑफ इक्वी मार्जिनल यूटिलिटी है इस दे विच आपां की कीता, आपां पढ़िया सीगा, इस दी डेफिनेशन कर ली, इस दा मीनिंग कर लिया। उस तो बाद आपां ने जिहड़ा है इस दी अजम्पशनस कर लियां। अज आपां करन जा रहे हैं इस दी एक्सप्लेनेशन ऑफ law of equimarginal utility। of law of equimarginal utility। marginal utility ਇਹਦੇ ਵਿੱਚ ਜਿਹੜਾ ਹੈ ਆਪਾਂ ਕੀਤਾ ਸੀਗਾ। ਹੁਣ ਆਪਾਂ ਕੀ ਹੈ ਲਾਅ ਆਫ ਇਕੁਈ ਮਾਰਜਨਲ ਯੂਟਿਲਿਟੀ ਦੇ ਵਿੱਚ ਆਪਾਂ ਲੈ ਕੇ ਚੱਲਦੇ ਹਾਂ। ਸਪੋਜ਼ ਕੋਈ ਕੰਜ਼ਿਊਮਰ ਹੈ, there is a consumer, he has ₹5, ਉਹਦੇ ਕੋਲ ਕੀ ਨੇ 5 ਰੁਪਏ ਨੇ, ठीक है। एंड ही वॉन्ट्स टू स्पेंड हिज ₹5 इन डिफरेंट कॉमोडिटीज़। ਉਹਦੇ ਕੋਲ सपोज करो 2 कॉमोडिटीज़ ने, एक है मैंगो, एक है ऑरेंज, ठीक है जी। उसदे कोल की ने 2 ਜਿਹੜੀਆਂ ने कॉमोडिटीज़ ने, एक है मैंगो एंड सेकंड वन इज़ ऑरेंज, ठीक है। जो मैंगो है उसका प्राइस है ₹1। उस तो बाद जिहड़ा अपने कोल ऑरेंज है उसका भी जिहड़ा प्राइस है वो भी है ₹1, ठीक है। मैंगो का प्राइस कितना ₹1 एंड जिहड़ा है ऑरेंज है उसका प्राइस भी की है ₹1। तो आपां नूं किहड़े हैगे है जिहड़े मतलब मैंगो है एंड ऑरेंज है वो आपां नूं की दे रहे हैं डिफरेंट यूटिलिटीज़ दे रहे हैं, ठीक है। सपोज आपां इत्थे यूनिट्स ले लीए, यूनिट्स, ठीक है। उस तो बाद आपां इस साइड के उपर आपां लईए मार्जिनल यूटिलिटी ऑफ मैंगो, मार्जिनल यूटिलिटी ऑफ मैंगोज़, then इधर आप लाइए मार्जिनल यूटिलिटी ऑफ ऑरेंज, ठीक है। हुण की है फर्स्ट यूनिट आपां कंज्यूम की, सब तो पहले आप गल करते हैं मैंगोज़ की। मैंगोज़ की जी है फर्स्ट यूनिट आप कंज्यूम की, आपां नूं यूटिलिटी मिली जी मार्जिनल यूटिलिटी मिली वो मिली 8 यूटिल्स। उस तो बाद दूसरा मैंगो आप कंज्यूम करते हैं, आपां नूं मिलती है यूटिलिटी 6। थर्ड करते हैं आपां यूटिलिटी मिलती है 4, दैन फोर्थ करते हैं यूटिलिटी मिलती है 2 एंड फिफ्थ करते हैं यूटिलिटी मिलती है 0 या 1 ले लो 1, ठीक है। उस तो बाद अगर आपां उही 5 रुपए लगातार जिवें आपां पुरानी गल कीती सी कि आपां कंटीन्यूसली जिहड़ा है खर्च कर रहे हैं किस चीज़ के उपर आपां कर रहे हैं जिहड़ा ऑरेंजेस के उपर अगर आपां खर्च कर रहे हैं तो उस केस के विच जिहड़ी मार्जिनल यूटिलिटी है वो किहड़ी मिलूगी। उहदे विच जिहड़ा है आपां नूं पता है कि जदों ਆਪਾਂ ਕੀ ਕਰਦੇ ਹਾਂ ਕਿਸੇ ਚੀਜ਼ ਨੂੰ ਕੰਟੀਨਿਊਸਲੀ ਕੰਜ਼ਿਊਮ ਕਰ ਰਹੇ ਹਾਂ ਤਾਂ ਹਰ ਯੂਨਿਟ ਤੋਂ ਜਿਹੜੀ ਆਪਾਂ ਨੂੰ ਮਾਰਜਨਲ यूटिलिटी मिलूगी कि पहले के मुकाबले ਆਪਾਂ ਨੂੰ ਕੀ ਮਿਲੂਗੀ, ਘੱਟ ਮਿਲੂਗੀ।
ਤਾਂ ਔਰੇਂਜ ਸਪੋਜ਼ ਕਰੋ ਕਿ ਮੈਂਗੋ ਦੇ ਮੁਕਾਬਲੇ ਤੁਹਾਨੂੰ ਥੋੜ੍ਹੇ ਜਿਹੇ ਜ਼ਿਆਦਾ ਵਧੀਆ ਲੱਗਦੇ, ਇਸ ਕਰਕੇ ਉਹਦੀ ਜਿਹੜੀ ਫਸਟ ਯੂਨਿਟ ਤੁਸੀਂ ਕੰਜ਼ਿਊਮ ਕਰ ਰਹੇ ਹੋ ਉਹ ਤੋਂ ਤੁਹਾਨੂੰ ਜਿਹੜੀ ਯੂਟਿਲਿਟੀ ਆ ਉਹ ਮਿਲ ਰਹੀ ਹੈ 10, ਨੈਕਸਟ ਯੂਨਿਟ ਤੋਂ ਮਿਲ ਰਹੀ ਹੈ 8, ਦੈਨ 6, ਦੈਨ 4, ਦੈਨ ਨੈਕਸਟ ਯੂਨਿਟ ਤੋਂ ਕੀ ਮਿਲ ਰਹੀ ਹੈ 2। ਠੀਕ ਹੈ ਜੀ। ਸੋ ਇਸ ਤਰੀਕੇ ਦੇ ਨਾਲ ਆਪਾਂ ਕੀ ਆ, ਆਪਾਂ ਡਿਫਰੈਂਟ ਜਿਹੜੀ ਹੈਗੀ ਯੂਨਿਟਸ ਤੋਂ ਆਪਾਂ ਉਹਨਾਂ ਦੀ ਮਾਰਜਿਨਲਿਟੀ ਜੋ ਆਪਾਂ ਨੂੰ ਮਿਲ ਰਹੀ ਹੈ ਆਪਾਂ ਉਹਦੇ ਬਾਰੇ ਗੱਲ ਕਰ ਲਈ। ਹੁਣ ਦੇਖੋ, ਅਗਰ ਤੁਸੀਂ ਇੱਕ ਕਮੋਡਿਟੀ ਦੇ ਉੱਪਰ ਸਾਰੇ ਦੇ ਸਾਰੇ ਖਰਚ ਕਰਦੇ ਸੀਗੇ ਤਾਂ ਤੁਸੀਂ ਪਹਿਲਾ ਰੁਪਈ ਖਰਚ ਕਰਦੇ ਮੈਂਗੋ ਤੇ 8 ਮਿਲਦੀ, 6 ਮਿਲਦੀ, 4 ਮਿਲਦੀ, 2 ਮਿਲਦੀ, 1। ਦੈਨ ਅਗਰ ਸਿਰਫ ਔਰੇਂਜ ਦੇ ਉੱਪਰ ਮੈਂਗੋ ਦੀ ਜਗ੍ਹਾ ਦੇ ਉੱਪਰ ਅਗਰ ਆਪਾਂ ਔਰੇਂਜ ਦੇ ਉੱਪਰ ਸਾਰੇ ਦੇ ਸਾਰੇ ਜੋ ਪੈਸੇ ਅਗਰ ਆਪਾਂ ਉਹ ਲਗਾਉਂਦੇ ਖਰਚ ਕਰਦੇ ਤਾਂ ਫਸਟ ਯੂਨਿਟ ਤੋਂ ਆਪਾਂ ਨੂੰ 10 ਮਿਲਦੀ, ਦੈਨ 8, ਦੈਨ 6, ਦੈਨ 4, ਦੈਨ 2। ਹੁਣ ਇਸ ਤਰੀਕੇ ਦੇ ਨਾਲ ਕੀ ਹੈ ਕਿ ਜਿਹੜੀ ਮਾਰਜਿਨਲਿਟੀ ਆਫ ਔਰੇਂਜ ਹੈ ਉਹ ਕੀ ਘਟਦੀ ਜਾ ਰਹੀ ਹੈ। ਬਟ ਇਨ ਦਿਸ ਕੇਸ ਵੀ ਟੇਕ 2 ਕਮੋਡਿਟੀਜ਼, ਆਪਾਂ ਕੀ ਕੀਤੀ ਹੈ 2 ਕਮੋਡਿਟੀਜ਼ ਦੀ ਗੱਲ ਕੀਤੀ ਹੈ ਨਾ। 2 ਕਮੋਡਿਟੀਜ਼ ਦੇ ਉੱਪਰ ਕੰਜ਼ਿਊਮਰ ਜਿਹੜਾ ਹੈਗਾ ਖਰਚ ਕਿਸ ਤਰੀਕੇ ਦੇ ਨਾਲ ਕਰੂਗਾ, ਉਹ ਕੀ ਕਰੂਗਾ ਮਾਰਜਿਨਲਿਟੀ ਹੈ ਜਿਹੜੀ ਉਹਨੂੰ ਕੰਪੇਅਰ ਕਰੂਗਾ, ਉਸਨੂੰ ਕੀ ਕਰੂਗਾ ਕੰਪੈਰੀਜ਼ਨ ਕਰੂਗਾ। ਕੰਪੇਅਰ ਕਰਕੇ ਜਿਸ ਤੋਂ ਉਹਨੂੰ ਜਿਹੜੀ ਹੈਗੀ ਹੈ ਮਾਰਜਿਨਲਿਟੀ ਜਿਹੜੀ ਹੈਗੀ ਜ਼ਿਆਦਾ ਮਿਲੂਗੀ, ਠੀਕ ਹੈ, ਜਿਸ ਦੀ ਮਾਰਜਿਨਲਿਟੀ ਕੀ ਹੋਊਗੀ ਹਾਈ ਹੋਊਗੀ ਦੂਸਰੇ ਦੇ ਕੰਪੈਰੀਟਿਵਲੀ, ਉਹਦੇ ਉੱਪਰ ਕੀ ਹੈ ਉਹ ਕੀ ਕਰੂਗਾ ਐਕਸਪੈਂਡੀਚਰ ਕਰੂਗਾ। ਹੁਣ ਇਸ ਕੇਸ ਦੇ ਵਿੱਚ ਕੀ ਹੈ, ਹੁਣ ਉਹ ਫਸਟ ਯੂਨਿਟ ਆਪਣੀ ਜਿਹੜੀ ਹੈਗੀ ਹੈ ਕਿ ਖਰਚ ਕਰਨਾ ਚਾਹੁੰਦਾ ਹੈ ਕਿਉਂਕਿ ਇਹਦਾ ਵੀ 1 ਰੁਪਈ ਹੈ ਜਿਹੜਾ ਹੈਗਾ ਉਹ ਪ੍ਰਾਈਸ ਹੈ, ਇਹਦਾ ਵੀ 1 ਰੁਪਈ ਪ੍ਰਾਈਸ ਹੈ, ਦੋਨਾਂ ਦੇ ਜਿਹੜੀ ਹੈ ਕੀਮਤ ਇੱਕੋ ਹੈ, ਸੇਮ ਹੈ। ਸੋ ਕੀ ਹੈ ਹੁਣ ਫਸਟ ਰੁਪਈ ਜਦੋਂ ਉਹ ਐਕਸਪੈਂਡੀਚਰ ਕਰਨਾ ਚਾਹੂਗਾ ਕੋਈ ਕੰਜ਼ਿਊਮਰ ਤਾਂ ਉਹ ਦੋਨਾਂ ਨੂੰ ਕੰਪੇਅਰ ਕਰੂਗਾ, ਉਸਨੂੰ ਜ਼ਿਆਦਾ ਮਾਰਜਿਨਲਿਟੀ ਕਿਸ ਤੋਂ ਮਿਲ ਰਹੀ ਹੈ ਔਰੇਂਜ ਤੋਂ, ਠੀਕ ਹੈ, ਐਜ਼ ਕੰਪੇਅਰ ਟੂ ਮੈਂਗੋ। ਸੋ ਫਸਟ ਯੂਨਿਟ ਉਹ ਕਿਤੇ ਕੰਜ਼ਿਊਮ ਕਰੂਗਾ, ਕਿਹਦੇ ਉੱਪਰ ਖਰਚ ਕਰੂਗਾ, ਉਹ ਕਰੂਗਾ ਔਰੇਂਜ 'ਤੇ, ਠੀਕ ਹੈ ਜੀ। ਹੁਣ ਉਹਨੇ ਸੈਕਿੰਡ ਰੁਪਈ ਕੀ ਕਰਨਾ ਹੈ ਖਰਚ ਕਰਨਾ ਹੈ, ਤਾਂ ਹੁਣ ਫਿਰ ਕੰਪੇਅਰ ਕਰੂਗਾ। ਹੁਣ ਸੈਕਿੰਡ ਰੁਪਈ ਤੋਂ ਜੋ ਉਹਨੂੰ ਮਾਰਜਿਨਲਿਟੀ ਮਿਲ ਰਹੀ ਹੈ ਖਰਚ ਕਰਕੇ, ਜੋ ਉਹਨੂੰ ਕਮੋਡਿਟੀ ਨੂੰ ਕੰਜ਼ਿਊਮ ਕਰਕੇ ਮਿਲ ਰਹੀ ਹੈ, ਉਹ ਮੈਂਗੋ ਤੋਂ 8 ਮਿਲ ਰਹੀ ਹੈ ਐਂਡ ਔਰੇਂਜ ਤੋਂ ਵੀ ਉਸਨੂੰ 8 ਮਿਲ ਰਹੀ ਹੈ, ਤਾਂ ਦੋਨਾਂ ਦੇ ਵਿੱਚੋਂ ਕੋਈ ਵੀ ਜਿਹੜੀ ਹੈਗੀ ਕਮੋਡਿਟੀ ਹੈ ਉਹਨੂੰ ਉਹ ਕੰਜ਼ਿਊਮ ਕਰ ਸਕਦਾ। ਸਪੋਜ਼ ਕਰੋ ਆਪਣਾ ਟੇਸਟ ਚੇਂਜ ਕਰਦਾ, ਉਹ ਕੀ ਹੈ ਮੈਂਗੋ ਨੂੰ ਕੰਜ਼ਿਊਮ ਕਰੂਗਾ। ਸੈਕਿੰਡ ਯੂਨਿਟ ਕਿਤੇ ਗਈ ਮੈਂਗੋ 'ਤੇ, ਫਸਟ ਕਿਤੇ ਕੀਤਾ ਉਹਨੇ ਔਰੇਂਜ 'ਤੇ। ਦੈਨ ਫਿਰ ਉਸ ਤੋਂ ਬਾਅਦ ਥਰਡ ਰੁਪਈ ਉਹ ਕਰਨਾ ਚਾਹੁੰਦਾ ਹੈ ਐਕਸਪੈਂਡੀਚਰ ਜਿਹੜੇ ਹੈਗੇ ਉਹਦੇ ਵਿੱਚ ਫਿਰ ਕੰਪੇਅਰ ਕਰੂਗਾ ਮੈਂਗੋ ਅਤੇ ਔਰੇਂਜ ਦੇ ਵਿੱਚੋਂ ਕਿਹਦੇ ਵਿੱਚ ਉਹਨੂੰ ਜ਼ਿਆਦਾ ਮਿਲ ਰਹੀ ਹੈ ਯੂਟਿਲਿਟੀ, ਉਸਨੂੰ ਮਿਲ ਰਹੀ ਹੈ ਔਰੇਂਜ ਦੇ ਵਿੱਚ, ਤਾਂ ਥਰਡ ਕਿਹਦੇ ਉੱਤੇ ਕਰੂਗਾ ਉਹ ਕਿਸ 'ਤੇ ਕਰੂਗਾ ਔਰੇਂਜ 'ਤੇ। ਦੈਨ ਫਿਰ ਨੈਕਸਟ ਉਹ ਜਿਹੜਾ ਫੋਰਥ ਰੁਪਈ ਹੈ ਫਿਰ ਕੰਪੇਅਰ ਕਰੂਗਾ ਤਾਂ ਦੋਨੋਂ ਤੋਂ ਆਪਾਂ ਨੂੰ ਸੇਮ ਮਿਲ ਰਹੀ ਹੈ ਮੈਂਗੋ ਅਤੇ ਔਰੇਂਜ ਤੋਂ। ਫਿਰ ਉਹ ਆਪਣਾ ਟੇਸਟ ਚੇਂਜ ਕਰਨਾ ਚਾਹੁੰਦਾ ਹੈ, ਉਹ ਜਿਹੜਾ ਫੋਰਥ ਰੁਪਈ ਹੈ ਕਿਹਦੇ ਉੱਪਰ ਖਰਚ ਕਰ ਦੂਗਾ ਜਿਹੜਾ ਹੈ ਮੈਂਗੋਸ 'ਤੇ। ਦੈਨ ਫਿਰ ਉਹ ਜਿਹੜਾ ਫਿਫਥ ਰੁਪਈ ਹੈ ਫਿਰ ਕੰਪੇਅਰ ਕੀਤਾ ਤਾਂ ਉਹਦਾ ਖਰਚ ਕਿਸ ਦੇ ਉੱਪਰ ਹੋਇਆ ਫਿਫਥ ਰੁਪਈ ਦਾ ਜਿਹੜਾ ਹੈ ਤੁਹਾਡਾ ਔਰੇਂਜ, ਠੀਕ ਹੈ ਜੀ। ਹੁਣ ਇਸ ਕੇਸ ਦੇ ਵਿੱਚ ਕੀ ਹੈ, ਇਸ ਕੇਸ ਦੇ ਵਿੱਚ ਉਹਨੇ ਆਪਣੀ ਜਿਹੜੀ ਹੈਗੀ ਹੈ ਹੁਣ ਉਹਨੂੰ ਜਿਹੜੀ ਮਾਰਜਿਨਲਿਟੀ ਮਿਲੀ 5 ਰੁਪਏ ਤੋਂ, ਫਸਟ ਯੂਨਿਟ, ਸੈਕਿੰਡ ਯੂਨਿਟ, ਥਰਡ ਯੂਨਿਟ ਅਤੇ ਫੋਰਥ ਯੂਨਿਟ, ਮਤਲਬ ਸਾਰੇ ਕੇਸਿਸ ਦੇ ਵਿੱਚ ਉਹਨੂੰ ਜੋ ਯੂਟਿਲਿਟੀ ਮਿਲੀ ਹੈ, ਠੀਕ ਹੈ। ਤਾਂ ਕਿਹੜੀ ਮਿਲੀ ਹੈ, ਫਸਟ ਯੂਨਿਟ ਉਹਨੇ ਖਰਚ ਕੀਤੀ ਤਾਂ 10 ਮਿਲੀ, ਸੈਕਿੰਡ ਕੀਤੀ ਤਾਂ ਉਹਨੂੰ 8 ਮਿਲੀ, ਥਰਡ ਕੀਤੀ ਖਰਚ ਕੀਤਾ ਤਾਂ ਉਹਨੂੰ ਮਿਲੀ 8, ਅਗਰ ਐਂਡ ਫਿਫਥ ਕੀਤਾ ਫੋਰਥ ਕੀਤਾ, ਫੋਰਥ ਰੁਪਈ ਉਹਨੇ ਐਕਸਪੈਂਡੀਚਰ ਕੀਤਾ ਉਸਨੂੰ ਮਿਲੇ 6 ਯੂਨਿਟ। ਦੈਨ ਉਹਨੇ ਜਿਹੜਾ ਹੈਗਾ ਫਿਫਥ ਰੁਪਈ ਜਦੋਂ ਉਹਨੇ ਐਕਸਪੈਂਡੀਚਰ ਕੀਤਾ ਉਸਨੂੰ ਮਿਲੀ 6 ਯੂਟਿਲਸ, ਠੀਕ ਹੈ। ਅਗਰ ਇਹਦਾ ਆਪਾਂ ਟੋਟਲ ਯੂਟਿਲਿਟੀ ਉਹਨੂੰ 5 ਯੂਨਿਟ ਤੋਂ ਕਿੰਨੀ ਮਿਲੀ ਹੈ 6 + 6 12 + 8 20 + 8 28 + 10 38 ਮਿਲੀ ਹੈ ਉਸਨੂੰ ਟੋਟਲ ਯੂਟਿਲਿਟੀ, ਠੀਕ ਹੈ। ਪਰ ਅਗਰ ਉਹ ਸਾਰੇ ਪੈਸੇ ਮੈਂਗੋਜ਼ ਦੇ ਉੱਪਰ ਖਰਚ ਕਰਦਾ ਪਹਿਲੇ ਵਾਂਗ ਤਾਂ ਉਹਨੂੰ ਯੂਟਿਲਿਟੀ ਕਿੰਨੀ ਮਿਲਣੀ ਸੀ 1 + 2 3 + 4 7 7 + 6 13 + 8 21। ਹੁਣ ਇਸ ਕੇਸ ਦੇ ਵਿੱਚ ਉਹਦੀ ਟੋਟਲ ਯੂਟਿਲਿਟੀ ਕਿੰਨੀ ਮਿਲ ਰਹੀ ਹੈ 21। ਅਗਰ ਉਹ ਸਾਰੇ ਦੇ ਸਾਰੇ ਪੈਸੇ ਔਰੇਂਜ 'ਤੇ ਖਰਚ ਕਰਦਾ ਫਿਰ ਉਹਨੂੰ ਯੂਟਿਲਿਟੀ ਕਿੰਨੀ ਮਿਲ ਰਹੀ 10 + 8 18 + 6 24 + 4 28 + 2 30, ਠੀਕ ਹੈ। ਇੱਥੇ ਉਹਨੂੰ ਯੂਟਿਲਿਟੀ ਕਿੰਨੀ ਮਿਲਦੀ ਟੋਟਲ ਯੂਟਿਲਿਟੀ 30। ਬਟ ਅਗਰ ਉਹਨੇ ਦੋਨਾਂ ਕਮੋਡਿਟੀਜ਼ ਦੇ ਉੱਪਰ ਹੁਣ ਕੰਪੈਰੀਜ਼ਨ ਦੇ ਵਿੱਚ ਕੀਤਾ ਤਾਂ ਉਸ ਕੇਸ ਦੇ ਵਿੱਚ ਕੀ ਹੋਇਆ ਉਹਨੂੰ ਫਾਇਦਾ ਹੋਇਆ, ਕੀ ਹੋਇਆ ਬੈਨੀਫਿਟ ਹੋਇਆ। ਕਿੰਨਾ ਬੈਨੀਫਿਟ ਹੋਇਆ ਉਹਨੂੰ 8 ਯੂਨਿਟਸ ਦਾ, 8 ਯੂਟਿਲਸ ਦਾ, ਉਹਨੂੰ 8 ਯੂਟਿਲਸ ਜਿਹੜੀ ਹੈਗੀ ਹੈ ਜ਼ਿਆਦਾ ਮਿਲੀ ਨਾ। ਸੋ ਇਸ ਕਰਕੇ ਜਿਹੜੀ ਲਾਅ ਆਫ ਇਕੁਈ ਮਾਰਜਨ ਯੂਟਿਲਿਟੀ ਹੈ ਇਹ ਹੈਲਪ ਕਰਦੀ ਹੈ ਕੰਜ਼ਿਊਮਰ ਨੂੰ ਟੂ ਗੈਟ ਮੈਕਸਿਮਮ ਸੈਟਿਸਫੈਕਸ਼ਨ।
ठीक है। जो उसकी सैटिस्फैक्शन है उसको मैक्सिमाइज करने ਦੇ ਵਿੱਚ हेल्प करती है कौन, मार्जिनल जो है इक्वी मार्जिनल यूटिलिटी का जो केस है, ठीक है। समझ आ गई जी। उस तो बाद ਜਿਹੜਾ ਹੈਗਾ ਨੈਕਸਟ ਹੈ ਆਪਾਂ ਜਿਹੜੇ ਇਸ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਹੈਗਾ ਆਪਣੇ ਕੋਲੇ ਜਦੋਂ ਮਾਰਜਨ ਯੂਟਿਲਿਟੀ ਦੀ ਆਪਾਂ ਗੱਲ ਕਰਦੇ ਹਾਂ ਇਕੁਈ ਮਾਰਜਨ ਯੂਟਿਲਿਟੀ ਦੀ, ਤਾਂ ਅਗਰ ਆਪਾਂ ਉਹਨੂੰ ਡਾਇਗਰਾਮੈਟਿਕਲੀ ਅਗਰ ਉਹਨੂੰ ਐਕਸਪਲੇਨ ਕਰੀਏ ਤਾਂ ਉਸ ਦੇ ਵਿੱਚ ਜਿਹੜਾ ਹੈਗਾ ਇਸ ਨੂੰ ਕਿਸ ਤਰੀਕੇ ਨਾਲ ਕਰਾਂਗੇ। हाँ जी, इस केस ਦੇ ਵਿੱਚ ਕੀ ਹੈ कि ਆਪਾਂ ਗੱਲ ਕੀਤੀ ਹੈ ਜਿਹੜੀ ਹੈਗੀ ਇਕੁਈ ਮਾਰਜਨ ਯੂਟਿਲਿਟੀ ਦੀ। ਹੁਣ ਆਪਾਂ ਨੂੰ ਪਤਾ ਹੈ ਕਿ ਆਪਣੇ ਕੋਲ ਕੇਸਿਸ ਕਿਹੜੇ ਸੀ। ਆਪਾਂ ਇੱਕ ਵਾਰ ਦੁਬਾਰਾ ਇਸ ਨੂੰ ਸਾਈਡ ਦੇ ਉੱਪਰ ਡਰਾ ਕਰ ਲੈਂਦੇ ਹਾਂ। ਜਿਹੜੀ ਆਪਾਂ ਨੂੰ ਯੂਟਿਲਿਟੀ ਮਿਲੀ ਸੀਗੀ ਯੂਨਿਟਸ 1 2 3 4 5, then marginal utility of mango ਕੀ ਸੀਗੀ ਆਪਣੇ ਕੋਲ 8, then say 6 4 2 1, and marginal utility of orange अपने कोल सी 10 8 6 4 2। फर्स्ट यूनिट ਆਪਾਂ किहदे उपर कीती सीगी 10 ते, सैकेंड 8, थर्ड 8 4 6 मैंगो ते, एंड फिफ्थ भी ਆਪਾਂ कितने 6 सी अपने को की ऑरेंज सी, ठीक है। हुण अगर आप इनू आप डायग्रामेटिकली एक्सप्लेन करिए तो देखते हैं। हुण डायग्राम दे विच देखो आप इत्थे जो नीचे आप लै लैने यूनिट्स, ठीक है जी। हुण इस साइड के उपर आप लवांगे मार्जिनल यूटिलिटी ऑफ मैंगो 2 4 6 8 ते 10, ठीक है। इस साइड के आप लैने फर्स्ट यूनिट, सैकेंड यूनिट, थर्ड यूनिट, फोर्थ यूनिट, दैन फिफ्थ यूनिट। इस तरीके दे नाल आपां जिहड़ा हैगा एक होर लवांगे, इस साइड के उपर आप लवांगे मार्जिनल यूटिलिटी ऑफ ऑरेंज, ठीक है। इत्थे आप लवांगे यूनिट्स ऑफ ऑरेंज, यूनिट्स, ठीक है। 0 हुण की है मार्जिन यूटिलिटी 2 4 6 8 एंड 10 यूनिट्स की ने 1 2 3 4 5, ठीक है जी। हुण अगर आप इसके अकॉर्डिंग देखते हैं, अगर आप सारे के सारे यूनिट्स किस उपर खर्च कर रहे हैं, आप खर्च कर रहे हैं कि उपर जो अपने कोले की है मैंगो है, ठीक है। मैंगो के अगर उपर आप सारे 5 के 5 रुपये जोड़े है आप खर्च कर रहे हैं, तो अपन फर्स्ट यूनिट तो जो मिलूगा वो किन्ना फर्स्ट यूनिट तो 8 मिलते हैं, सैकेंड तो अपन मिलते हैं 6, फोर्थ तो अपन मिलते हैं 3, दैन थर्ड जो आप थर्ड की थी, थर्ड कंज्यूम की थी तो अपन कि मिली थर्ड यूनिट तो अपन मिले 4 यूटिल्स, एंड फोर्थ तो मिले अपन 2। अगर आप देखिए ऐड करके तो कुछ इस तरीके का जो है ड्रॉ हो रहा है। ये अपने को की है मार्जिनल यूटिलिटी ऑफ मैंगो वो कर्व है, ठीक है। उस तो बाद अगर आप ऑरेंज की गल करिए तो फर्स्ट यूनिट तो अपन मिली 10, सैकेंड तो अपन मिलिया 8, नैक्सट अपन मिलिया 6 तो अपन मिलिया 3,
3rd यूनिट तो ਆਪਾਂ ਨੂੰ ਕਿੰਨਾ ਮਿਲਿਆ 6 यूनिट्स ਆਪਾਂ ਨੂੰ ਮਿਲੀ। ਉਸ ਤੋਂ ਬਾਅਦ 4th ਤੋਂ ਆਪਾਂ ਨੂੰ ਕਿੰਨਾ ਮਿਲਿਆ 4th यूनिट ਤੋਂ ਆਪਾਂ ਨੂੰ 4 यूटिल्स। अगर ਆਪਾਂ 5th यूनिट ਆਪਾਂ कंज्यूम ਕੀਤੀ ਆਪਾਂ ਨੂੰ ਕਿੰਨੀ ਮਿਲੀ यूटिलिटी 2 यूटिल्स। ठीक है, अगर आप मैं ਇਹਨੂੰ मैच कर ਦਿੰਨਾ ਤਾਂ ਜਿਹੜਾ ਹੈ ਇਹ ਆਪਣੇ ਕੋਲ ਕੀ ਆ ਗਿਆ, ਆਪਣੇ ਕੋਲ ਆ ਗਈ ਮਾਰਜੀਨਲ यूटिलिटी ऑफ ऑरेंज ਦੀ कर्व आ गई। ठीक है जी, पर ਆਪਾਂ ਕਿੰਨੀਆਂ यूनिट्स कंज्यूम कर रहे हैं, ਆਪਾਂ कर रहे हैं ਕਿੰਨੀਆਂ ਜਿਹੜੀਆਂ ਮਾਰਜੀਨਲਿਟੀ ਆਫ ऑरेंज ਕਿੰਨੀ है ਆਪਣੇ ਕੋਲੇ ਜਿਹੜੀਆਂ 3 यूनिट्स ਆਪਾਂ ਕਰ ਰਹੇ ਹਾਂ ऑरेंज ਦੀਆਂ, मतलब ਆਪਾਂ ਇਹ ਵਾਲੀਆਂ यूनिट्स ਪਹਿਲੀਆਂ 3 यूनिट्स ने ਆਪਾਂ ਕੀ ਕਰ ਰਹੇ ਹਾਂ ਇਹ ਵਾਲੀਆਂ ਆਪਾਂ ਕੀ ਕੀਤੀਆਂ ਨੇ ਕੰਜ਼ਿਊਮ ਕੀਤੀਆਂ। ठीक है, ਜਿਹਨੂੰ ਮੈਂ ਕਰ ਦੇਣਾ ਇਸ ਦੇ ਵਿੱਚ ਮੈਂ ਡਰਾ ਕਰਤਾ ਵਾਈਟ ਕਰਤਾ। ठीक है, सो ਇਹ ਵਾਲਾ ਏਰੀਆ। ठीक है जी, ਉਸ ਤੋਂ ਬਾਅਦ ਜਿਹੜਾ ਹੈਗਾ ਸੈਕਿੰਡ ਆਪਾਂ ਅਗਰ ਗੱਲ ਕਰੀਏ ਮਾਰਜਿਨਲਿਟੀ ਆਫ ਮਨੀ, ਉਹ ਆਪਣੇ ਕੋਲੇ ਕਿੰਨੀ ਹੈ, ਉਹ ਆਪਣੇ ਕੋਲ ਹੈਗੇ ਉਹਦੇ ਵਿੱਚ ਆਪਾਂ ਕੀ ਕਰਦੇ ਹਾਂ ਸੌਰੀ ਜਿਹੜੀ ਮਾਰਜਿਨਲਿਟੀ ਆਫ ਮੈਂਗੋ ਹੈ ਉਸ ਦੇ ਵਿੱਚ ਆਪਾਂ ਕਿੰਨਾ ਖਰਚ ਕਰਦੇ ਹਾਂ, ਆਪਾਂ ਲੈਂਦੇ ਹਾਂ 2 यूनिट्स। ठीक है जी, ਇਹ ਵਾਲੀ ਸਮਝ ਆ ਗਈ। ਹੁਣ ਇਸ ਕੇਸ ਦੇ ਵਿੱਚ ਤੁਸੀਂ ਇੱਕ ਚੀਜ਼ ਦੇਖੋਗੇ ਅਗਰ ਧਿਆਨ ਨਾਲ, ਤਾਂ ਹੁਣ ਇਹਦੇ ਵਿੱਚ ਕੀ ਹੈ ਕਿ ਦੇਖੋ अगर मैं इत्थे लै रहा 10, ठीक है पहली 10 है, अगर मैं पहलियां 2 यूनिट के उपर इधर खर्च करता तो 2 यूनिट के उपर ही बराबर इधर खर्च करता। ठीक है, ये वाला एरिया आ गया मेरे को, इधर भी देखो मेरे को ये वाला एरिया आ चुका। ठीक है, ਹੁਣ ਕੀ ਹੈ अगर मैं जी 3rd यूनिट अगर मैं खर्च करनी चाह रहा, ठीक है अगर मैं सपोज करो मैंगो के उपर ही खर्च करता 4th यूनिट, तो मैनू कितनी मिलती आह वाली जी मैनू की मिलती यूटिलिटी मिलती। सो यदा मैं किया लॉस हो गया। एंड उस तो बाद की है मैं किस दे उपर खर्च कर रहा 6th यूनिट के उपर, इत्थे मैनू की हो गया गेन। सो तुसीं एक चीज़ ध्यान नाल देखोगे कि जिहड़ा उहदे गेन है वो 6 यूनिट का है। ठीक है, 6 यूनिट जी हैगी है दैट इज़ ग्रेटर दैन की तो यह 6 यूनिट ग्रेटर दैन किस तो ने ये है तुहाडा जिहड़ा हैगा 4 यूटिल्स तो। ठीक है, अगर फिर मैं 4 यूटिल्स का केस लेना दैट मीन की है इस केस दे विच की है जो आप 6 यूटिल्स की गल करते हैं 6 यूटिल्स की दैट आर ग्रेटर दैन यूअर 4 यूटिल्स। ठीक है, सो दैट मीन कि अगर मैं 6 यूटिल्स के उपर खर्च करना चाह रहा तो वह मैनू की है बेनीफिशियल है, वो मैनू की दिंदा बेनीफिट दिंदा। ठीक है, सो इसलिए मैं की खर्च करदा, मैं किस चीज़ के उपर खर्च करदा, मैं नैक्सट यूनिट मतलब इन्हों दोनों का जो मैं कंपेयर करदा तो मैं खर्च किते करूँगा, मैं खर्च करूँगा उस चीज़ के उपर जिहदे उपर मैनू जिहड़ा बेनीफिट है वो ज़्यादा हो रहा है। सो इस तरीके दे नाल जिहड़ा यह मैथड है ये एक कंज्यूमर जो अपने कोले की है कंज्यूमर है, ठीक है वो कंज्यूमर की जिहड़ी मार्जिनल यूटिलिटी है उसनू मैक्सीमाइज़ मार्जिन यूटिलिटी हो की है ज़्यादा गेन करता है थ्रू। ठीक है, एंड जी यूटिलिटी टोटल यूटिलिटी जी गेन करता है। ठीक है, जो टोटल यूटिलिटी एक कंज्यूमर है जोड़ा गेन करता है, ठीक है वो की होंगी है मैक्सीमम। ठीक है, इन दिस केस ही विल विन प्रॉफिट ही विल विन बेनीफिट। ठीक है, सो इस सिचुएशन के की होगा बेनीफिशियल होगा। ठीक है, मतलब उन्होंने 2 यूनिट्स की कंज्यूम करना मैंगो दियाँ एंड उस तो बाद जिहड़ियां हैगियां ने 3 यूनिट्स उन्होंने कंज्यूम किस दियां करना तुहाडे कोले जिहड़ा हैगा ऑरेंज। ठीक है जी, सो इस तरीके दे नाल जिहड़ा हैगा आपां हुण की पढ़िया आपां जो मार्जिन यूटिलिटी जो इक्वी मार्जिन यूटिलिटी है उस दे नाल आपां नूं ये चीज़ पता लग गई कि जिहड़ा हैगा एक कंज्यूमर है अगर वो 2 कमोडिटीज़ के उपर जिहड़ा हैगा खर्च करता है विद कंपैरिजन किस चीज़ का मार्जिनल यूटिलिटीज़ का अगर वो कंपैरिजन करता है उस दे नाल अगर वो खर्च करता है तो उसका जिहड़ा हैगा बेनीफिशियल उहदे लई रहिंदा है। ठीक है जी, थैंक यू सो मच। इस तो बाद जिहड़ा हैगा नैक्सट आपां ये तां इहदे विच आपां इस चीज़ बारे पढ़ लिया कि अपनी जिहड़ी मार्जिनल यूटिलिटी ऑफ जिहड़ी मार्जिनल यूटिलिटी ऑफ डिफरेंट गुड्स है जो आपां डिफरेंट कमोडिटीज़ के उपर अपनी जिहड़ी कंजम्पशन करते हैं उन्होंने उपर एक्सपेंडिचर करते तो आपां किस तरीके दे नाल हेल्प करते हैं। ठीक है, नैक्सट वीडियो दे विच जिहड़ा हैगा आपां पढ़ांगे इंपॉर्टेंस ऑफ लॉ जिहड़ी मॉडर्न स्टेटमेंट है वो की कहती है जिहड़ी उस तो बाद जिहड़ा हैगा इंपॉर्टेंस है वो लॉ दा वो की है दैन उस तो बाद फिर आपां नैक्सट वीडियो दे विच आपां करांगे लिमिटेशनस दे बारे। ठीक है, थैंक यू सो मच, हैव अ गुड डे, घरे रहो ते सुरक्षित रहो।